ਓਸ਼ੋ ਦਾ ਲੈਕਚਰ ਜ਼ਿੰਦਗੀ ਦਾ ਸੰਗੀਤ। ਮਨੁੱਖ ਆਪਣੇ ਹਿਰਦੇ ਦੀ ਪਰਤਵੀਂ ਗੂੰਜ ਹੈ। ਆਪਣੀ ਜ਼ਿੰਦਗੀ ਦੇ ਸਾਰੇ ਅਨੁਭਵਾਂ ਵਿੱਚ ਸੁਣਦਾ ਹੈ। ਜੋ ਤੁਹਾਨੂੰ ਬਾਹਰ ਮਿਲਦਾ ਹੈ ਉਹ ਤੁਹਾਡੇ ਹੀ ਅੰਦਰ ਦਾ ਝਲਕਾਰਾ ਹੁੰਦਾ ਹੈ। ਬਾਹਰ ਤਾਂ ਸਿਰਫ ਪਰਦੇ ਹਨ। ਤੁਸੀਂ ਆਪਣੇ ਆਪ ਨੂੰ ਹੀ ਉਹਨਾਂ ਪਰਦਿਆਂ ਉੱਤੇ, ਆਪਣੀ ਪਰਛਾਵਿਆਂ ਨੂੰ ਉਹਨਾਂ ਉੱਤੇ ਦੇਖਦੇ ਰਹਿੰਦੇ ਹੋ। ਜੇਕਰ ਜ਼ਿੰਦਗੀ 'ਚ ਦੁੱਖ ਮਾਲੂਮ ਪੈਂਦਾ ਹੈ ਤੇ ਚਾਰ ਚੁਫੇਰੇ ਦੁੱਖ ਦਾ ਪਰਛਾਵਾਂ ਨਜ਼ਰ ਆਉਂਦਾ ਹੈ ਤਾਂ ਤੁਹਾਡੇ ਹਿਰਦੇ ਦਾ ਹੀ ਦੁੱਖ ਹੈ। ਜੇ ਜੀਵਨ 'ਚ ਵਿਖਾਦ ਦਿਖਾਈ ਦਿੰਦਾ ਹੈ ਤਾਂ ਵਿਖਾਦ ਤੁਸੀਂ ਹੀ ਜੀਵਨ 'ਚ ਪਾਇਆ ਹੈ। ਉਹੀ ਦਿਸਦਾ ਹੈ ਬਾਹਰ, ਜੋ ਅਸੀਂ ਬਾਹਰ ਆਪਣੇ ਅੰਦਰੋਂ ਫੈਲਾਉਂਦੇ ਹਾਂ। ਇਉਂ ਸਮਝੋ ਕਿ ਜਗਤ ਇੱਕ ਸ਼ੀਸ਼ਾ ਹੈ। ਸਾਨੂੰ ਆਪਣੀ ਤਸਵੀਰ ਉਸ 'ਚ ਦਿਖਾਈ ਪੈ ਜਾਂਦੀ ਹੈ, ਲੇਕਿਨ ਅਸੀਂ ਸੋਚਦੇ ਹਾਂ ਕਿ ਸਾਨੂੰ ਜੋ ਦਿਖਾਈ ਪੈ ਰਿਹਾ ਹੈ ਉਹ ਜਗਤ ਵਿੱਚ ਹੈ। ਤਦ ਅਸੀਂ ਉਹਨੂੰ ਜਗਤ ਤੋਂ ਮਿਟਾਉਣ ਦੀ ਕੋਸ਼ਿਸ਼ ਜੁਟ ਜਾਂਦੇ ਹਾਂ। ਇਹੀ ਕੋਸ਼ਿਸ਼ ਅਗਿਆਨ ਹੈ। ਇਹੀ ਕੋਸ਼ਿਸ਼ ਹੋਰ ਗਹਿਰੇ ਦੁੱਖ 'ਚ ਲੈ ਜਾਂਦੀ ਹੈ, ਕਿਉਂਕਿ ਜਿਹਨੂੰ ਅਸੀਂ ਇੱਥੇ ਮਿਟਾ ਰਹੇ ਹਾਂ ਉਹਦਾ ਮੂਲ ਉੱਥੇ ਨਹੀਂ ਹੈ। ਜਿਵੇਂ ਕਿ ਸ਼ੀਸ਼ੇ 'ਚ ਤੁਹਾਨੂੰ ਆਪਣੀ ਤਸਵੀਰ ਨਜ਼ਰ ਆਈ ਤੇ ਲੱਗੇ ਕਿ ਤਸਵੀਰ ਕੁਝ ਹੀ ਹੈ ਤੇ ਤੁਸੀਂ ਸ਼ੀਸ਼ੇ ਨੂੰ ਤੋੜਨ 'ਚ ਲੱਗ ਜਾਓ ਤਾਂ ਤੁਸੀਂ ਸ਼ੀਸ਼ੇ ਨੂੰ ਤੋੜ ਸਕਦੇ ਹੋ, ਪਰ ਇਸ ਨਾਲ ਤੁਹਾਡਾ ਕੋਝਾ ਚਿਹਰਾ ਬਦਲੇਗਾ ਨਹੀਂ। ਸ਼ੀਸ਼ਾ ਟੁੱਟਣ 'ਤੇ ਵੀ ਹੋ ਸਕਦਾ ਹੈ ਕਿ ਤੁਹਾਨੂੰ ਤੁਹਾਡੀ ਕੋਝੀ ਹਾਲਤ ਦਿਖਾਈ ਨਾ ਪਵੇ, ਲੇਕਿਨ ਦਿਖਾਈ ਨਾ ਪੈਣਾ ਮਿਟ ਜਾਣਾ ਨਹੀਂ ਹੈ। ਇਸ ਲਈ ਬਹੁਤ ਸਾਰੇ ਲੋਕ ਸਮਾਜ ਨੂੰ ਛੱਡ ਕੇ ਸਮਾਜ ਤੋਂ ਨੱਸ ਜਾਂਦੇ ਹਨ, ਕਿਉਂਕਿ ਸਮਾਜ ਵਿੱਚ ਉਹਨਾਂ ਦਾ ਕੋਝਾ ਰੂਪ ਦਿਖਾਈ ਪੈਂਦਾ ਹੈ। ਸੰਬੰਧਾਂ ਦੇ ਸ਼ੀਸ਼ੇ ਵਿੱਚ ਉਹਨਾਂ ਦੇ ਅੰਦਰ ਦਾ ਸਾਰਾ ਰੋਗ ਪ੍ਰਗਟ ਹੁੰਦਾ ਹੈ। ਜੰਗਲ ਵਿੱਚ, ਇਕਾਂਤ ਵਿੱਚ, ਹਿਮਾਲਿਆ ਵਿੱਚ ਕੋਈ ਸ਼ੀਸ਼ਾ ਨਹੀਂ ਰਹਿ ਜਾਂਦਾ। ਉਹਨਾਂ ਨੂੰ ਉੱਥੇ ਦਿਖਾਈ ਨਹੀਂ ਪੈਂਦਾ ਕਿ ਉਹ ਕਹੇ ਜਿਹੇ ਹਨ। ਤਦ ਇਸ ਨਾ ਦਿਖਾਈ ਪੈਣ ਨੂੰ ਸਮਝ ਲੈਂਦੇ ਹੈ ਕਿ ਆਤਮਿਕ ਰੂਪ ਪਰਤਣ ਹੋ ਰਿਹਾ ਹੈ। ਉਪਲੇਖ ਹੈ। ਉਹਨਾਂ ਨੂੰ ਵਾਪਸ ਹਿਮਾਲਿਆ ਤੋਂ ਪਰਤ ਕੇ ਆਉਣਾ ਹੋਏਗਾ ਤੇ ਜਦੋਂ ਸਮਾਜ ਦੇ ਵਿਚਕਾਰ ਖੜੇ ਹੋਣਗੇ ਤਦ ਉਹਨਾਂ ਨੂੰ ਪਤਾ ਲੱਗੇਗਾ ਕਿ ਕੁਝ ਮਿਟਿਆ ਸੀ ਹਿਮਾਲਿਆ ਵਿੱਚ, ਜਾਂ ਸਿਰਫ ਸ਼ੀਸ਼ਾ ਨਾ ਹੋਣ ਕਰਕੇ ਦਿਖਾਈ ਨਹੀਂ ਪੈਂਦਾ ਸੀ। ਇਸ ਲਈ ਜਿਹੜਾ ਇੱਕ ਵਾਰ ਜੰਗਲ ਦੇ ਇਕਾਂਤ ਵਿੱਚ ਨੱਸ ਜਾਂਦਾ ਹੈ ਉਹ ਸਮਾਜ ਵਿੱਚ ਆਉਣ ਤੋਂ ਭੈਮਾਨ ਹੋ ਜਾਂਦਾ ਹੈ, ਕਿਉਂਕਿ ਫਿਰ ਉਹ ਦਿਖਾਈ ਪੈਣਾ ਸ਼ੁਰੂ ਹੋਏਗਾ। ਜੋ ਉਹਨੇ ਸੋਚਿਆ ਸੀ ਕਿ ਮਿਟ ਗਿਆ ਹੈ, ਕੋਈ ਦੂਜਾ ਚਾਹੀਦਾ ਹੈ, ਬਿਨਾਂ ਦੂਜੇ ਦੇ ਤੁਸੀਂ ਖੁਦ ਨੂੰ ਹੀ ਨਹੀਂ ਦੇਖ ਪਾਉਂਦੇ ਹੋ। ਦੂਜੇ ਦੀ ਮੌਜੂਦਗੀ, ਦੂਜੇ ਨਾਲ ਸੰਬੰਧ ਤੁਹਾਨੂੰ ਆਪਣਾ ਆਪ ਪ੍ਰਗਟ ਕਰਨ 'ਚ ਸਹੂਲਤ ਹੋ ਜਾਂਦੀ ਹੈ। ਕਿਵੇਂ ਕ੍ਰੋਧ ਕਰੋਗੇ ਜੇਕਰ ਕੋਈ ਮੌਜੂਦ ਨਾ ਹੋਵੇ? ਤਾਂ ਕ੍ਰੋਧ ਨੂੰ ਮਿਟਾਉਣ ਦੇ ਦੋ ਰਾਹ ਹੈ। ਜਾਂ ਤਾਂ ਕ੍ਰੋਧ ਨੂੰ ਮਿਟਾਓ ਤੇ ਜਾਂ ਦੂਜੇ ਦੀ ਮੌਜੂਦਗੀ ਤੋਂ ਨੱਸ ਜਾਓ। ਕਿਵੇਂ ਵਾਸ਼ਨਾ ਕਰੋਗੇ? ਕਿਵੇਂ ਮੋਹ ਕਰੋਗੇ? ਕਿਵੇਂ ਹੰਕਾਰ ਨੂੰ ਤਿਆਰ ਕਰੋਗੇ ਜੇ ਦੂਜਾ ਮੌਜੂਦ ਨਾ ਹੋਵੇ? ਜੇ ਧਰਤੀ ਉੱਤੇ ਤੁਸੀਂ ਇਕੱਲੇ ਹੋਵੋ ਤਾਂ ਕੀ ਕਰੋਗੇ? ਕਿਸ ਗੱਲ ਦਾ ਲੋਭ ਕਰੋਗੇ? ਲੋਭ ਦਾ ਅਰਥ ਹੀ ਕੀ ਹੋਏਗਾ? ਪੂਰੀ ਧਰਤੀ ਤੁਹਾਡੇ ਇਕੱਲੇ ਦੇ ਲਈ। ਕਿੱਥੇ ਬਾੜ ਗੱਡੋਗੇ? ਕਿੱਥੇ ਦੁਕਾਨ ਦੀ ਚਾਰਦੀਵਾਰੀ ਖਿੱਚੋਗੇ? ਕਿੱਥੇ ਦਾਅਵਾ ਕਰੋਗੇ ਕਿ ਮੇਰਾ ਹੈ? ਇਕੱਲੇ ਹੋਗੇ ਤਾਂ ਦਾਅਵੇ ਦਾ ਕੋਈ ਅਰਥ ਹੀ ਨਹੀਂ। ਦਾਅਵਾ ਤਾਂ ਦੂਜੇ ਦੇ ਖਿਲਾਫ ਹੈ, ਦੂਜੇ ਦੀ ਮੌਜੂਦਗੀ ਚਾਹੀਦੀ ਹੈ। ਹੰਕਾਰ ਦਾ ਐਲਾਨ ਵੀ ਕਰੋਗੇ। ਕੀ ਕਹੋਗੇ ਕਿ ਮੈਂ ਸਿਕੰਦਰ ਹਾਂ, ਕਿ ਮੈਂ ਨੈਪੋਲੀਅਨ ਹਾਂ? ਕੀ ਮਕਸਦ ਹੋਏਗਾ? ਕਿਸ ਨੂੰ ਕਹੋਗੇ? ਕੌਣ ਸੁਣੇਗਾ? ਕੌਣ ਤੁਹਾਡੇ ਵੱਲ ਅੱਖ ਚੁੱਕ ਕੇ ਵੇਖੇਗਾ ਕਿ ਤੁਸੀਂ ਸਿਕੰਦਰ ਹੋ? ਨਹੀਂ, ਹੰਕਾਰ ਦਾ ਵੀ ਕੋਈ ਅਰਥ ਨਹੀਂ ਹੋਏਗਾ। ਪਰ ਨਿਮਰਤਾ ਵੀ ਸਾਧੋਗੇ ਤਾਂ ਕੀ ਸਾਰ ਹੈ? ਕਿਹਨੂੰ ਖਬਰ ਕਰੋਗੇ ਕਿ ਮੇਰੇ ਜਿਹਾ ਨਿਮਰ ਕੋਈ ਨਹੀਂ ਹੈ? ਤੁਸੀਂ ਇਕੱਲੇ ਹੋਗੇ ਤਾਂ ਤੁਸੀਂ ਬੜੀ ਮੁਸ਼ਕਿਲ 'ਚ ਪਾਓਗੇ, ਕਿਉਂਕਿ ਤੁਹਾਡੇ ਅੰਦਰ ਜੋ ਵੀ ਛੁਪਿਆ ਉਹਨੂੰ ਪ੍ਰਗਟ ਕਰਨ ਦੇ ਲਈ ਵੀ ਕੋਈ ਸਹੂਲਤ ਨਹੀਂ ਹੋਏਗੀ। ਇਹ ਵੀ ਹੋ ਸਕਦਾ ਤੁਹਾਨੂੰ ਪਤਾ ਵੀ ਨਾ ਲੱਗੇ ਕਿ ਤੁਹਾਡੇ ਅੰਦਰ ਕੀ ਛੁਪਿਆ ਹੈ। ਇਸ ਲਈ ਜੋ ਸੰਨਿਆਸ ਸਮਾਜ ਨੂੰ ਛੱਡ ਕੇ ਫਲਦਾ ਫੁੱਲਦਾ ਹੈ ਉਹ ਸੰਨਿਆਸ ਕੱਚਾ ਹੈ, ਟੁੱਟ ਜਾਏਗਾ। ਉਹ ਭੈਮਾਨ ਹੈ, ਉਹ ਸੁਰੱਖਿਆ 'ਚ ਹੀ ਜਿਉ ਸਕਦਾ ਹੈ। ਇੱਕ ਖਾਸ ਹਾਲਤ ਹਾਸਲ ਹੋਵੇ ਤਾਂ ਹੀ ਬਚ ਸਕਦਾ ਹੈ। ਆਮ ਜੀਵਨ 'ਚ ਖੁੱਲ੍ਹੇ ਅਸਮਾਨ ਦੇ ਹੇਠਾਂ ਉਹਦਾ ਰੰਗ ਰੋਗਨ ਲੱਥ ਜਾਏਗਾ। ਜੋ ਸਮਾਜ ਦੇ ਅੰਦਰ ਫਲਦਾ ਹੈ ਸੰਨਿਆਸ, ਉਹਨੂੰ ਹੀ ਮੈਂ ਅਸਲੀ ਕਹਿਣਾ, ਕਿਉਂਕਿ ਉੱਥੇ ਸ਼ੀਸ਼ਾ ਮੌਜੂਦ ਹੈ ਤੇ ਤੁਸੀਂ ਸ਼ੀਸ਼ੇ ਤੋੜੇ ਨਹੀਂ, ਬਲਕਿ ਸ਼ੀਸ਼ੇ 'ਚ ਆਪਣੀ ਕੋਝੀ ਸ਼ਕਲ ਦੇਖ ਕੇ ਖੁਦ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਤੇ ਸੁੰਦਰ ਬਣਾਇਆ। ਉੱਥੇ ਲੋਕ ਮੌਜੂਦ ਸਨ ਜਿਨ੍ਹਾਂ ਨੂੰ ਦੇਖ ਕੇ ਕ੍ਰੋਧ ਹੁੰਦਾ ਸੀ, ਜਿਨ੍ਹਾਂ ਉੱਤੇ ਤੁਸੀਂ ਕ੍ਰੋਧ ਨੂੰ ਸੁੱਟਦੇ ਹੋ, ਜਿਹੜੇ ਕ੍ਰੋਧ ਦਾ ਕਾਰਨ ਬਣ ਜਾਂਦੇ ਹੈ ਤੇ ਤੁਹਾਡੇ ਅੰਦਰ ਦੇ ਕ੍ਰੋਧ ਦੀ ਅੱਗ ਬਾਹਰ ਲਪਟਾਂ ਸੁੱਟਦੀ ਹੈ। ਪਰ ਤੁਸੀਂ ਉਹਨਾਂ ਨੂੰ ਛੱਡ ਕੇ ਨਹੀਂ ਨੱਸੇ,
ਨਾ ਉਹਨਾਂ ਨੂੰ ਦੋਸ਼ੀ ਠਹਿਰਾਇਆ, ਨਾ ਤੁਸੀਂ ਇਹ ਕਿਹਾ ਕਿ ਤੁਸੀਂ ਕ੍ਰੋਧ ਦੇ ਕਾਰਨ ਹੋ। ਤੁਸੀਂ ਇਹ ਸਮਝਿਆ ਕਿ ਤੁਸੀਂ ਤਾਂ ਸਿਰਫ ਕਿੱਲੀ ਹੋ, ਕ੍ਰੋਧ ਤਾਂ ਮੇਰੇ ਅੰਦਰ ਹੈ। ਉਸ ਕ੍ਰੋਧ ਨੂੰ ਮੈਂ ਤੁਹਾਡੀ ਕਿੱਲੀ ਤੇ ਟੰਗਦਾ। ਤੁਹਾਡੀ ਕਿਰਪਾ ਹੈ, ਤੁਸੀਂ ਮੌਕਾ ਦਿੱਤਾ ਹੈ ਮੈਨੂੰ। ਜੋ ਮੇਰੇ ਅੰਦਰ ਛੁਪਿਆ ਸੀ ਉਹ ਦੇਖਣ ਦਾ ਮੌਕਾ ਦਿੱਤਾ ਹੈ, ਤੇ ਅੰਦਰ ਜੋ ਛੁਪਿਆ ਸੀ ਉਹਨੂੰ ਦੇਖਣ ਦੀ ਸਹੂਲਤ ਹਾਸਲ ਕਰਵਾਈ। ਤੁਸੀਂ ਹਾਲਾਤ ਬਣੇ ਤੇ ਮੇਰਾ ਆਤਮ ਅਧਿਐਨ ਵਧਿਆ। ਜੇਕਰ ਤੁਸੀਂ ਖੁਦ ਨੂੰ ਬਦਲੋਗੇ, ਕਿੱਲੀ ਨੂੰ ਨਹੀਂ ਤੋੜੋਗੇ, ਸ਼ੀਸ਼ੇ ਨੂੰ ਨਹੀਂ ਤੋੜੋਗੇ, ਸਮਾਜ ਨੂੰ ਛੱਡ ਕੇ ਨਹੀਂ ਨਸੋਗੇ, ਤਾਂ ਤੁਸੀਂ ਹੈਰਾਨ ਹੋ ਜਾਓਗੇ। ਜਿਸ ਦਿਨ ਤੁਹਾਡੇ ਅੰਦਰੋਂ ਕ੍ਰੋਧ ਵਿਸਰਜਿਤ ਹੋ ਜਾਏਗਾ, ਉਸ ਦਿਨ ਅਚਾਨਕ ਤੁਸੀਂ ਪਾਓਗੇ ਕਿ ਸਾਰੇ ਜਗਤ ਤੋਂ ਕ੍ਰੋਧ ਵਿਸਰਜਿਤ ਹੋ ਗਿਆ। ਅਜਿਹਾ ਨਹੀਂ ਕਿ ਸਾਰੇ ਜਗਤ ਤੋਂ ਕ੍ਰੋਧ ਵਿਸਰਜਿਤ ਹੋ ਜਾਏਗਾ, ਕਿਉਂਕਿ ਕ੍ਰੋਧੀ ਹੁਣ ਵੀ ਕ੍ਰੋਧੀ ਰਹਿਣਗੇ। ਪਰ ਤੁਹਾਡੇ ਲਈ ਇਹ ਜਗਤ ਕ੍ਰੋਧ ਸ਼ੂਨਯ ਹੋ ਜਾਏਗਾ, ਕਿਉਂਕਿ ਹੁਣ ਇਸ ਜਗਤ ਦੀ ਕੋਈ ਵੀ ਹਾਲਤ ਕ੍ਰੋਧਿਤ ਨਹੀਂ ਕਰ ਸਕੇਗੀ। ਹੁਣ ਕੋਈ ਵੀ ਕਿੱਲੀ ਸਮਰੱਥ ਨਹੀਂ ਹੋਏਗੀ ਕਿ ਤੁਹਾਡੇ ਅੰਦਰ ਦੇ ਕ੍ਰੋਧ ਨੂੰ ਆਪਣੇ ਉੱਪਰ ਟੰਗ ਲਵੇ, ਕਿਉਂਕਿ ਅੰਦਰ ਕ੍ਰੋਧ ਨਹੀਂ ਬਚਿਆ। ਹੁਣ ਕੋਈ ਵੀ ਸ਼ੀਸ਼ਾ ਤੁਹਾਡੇ ਅੰਦਰ ਦੇ ਕੋਝ ਨੂੰ ਪ੍ਰਗਟ ਨਹੀਂ ਕਰ ਜਾਏਗਾ, ਕਿਉਂਕਿ ਹੁਣ ਉਹ ਉੱਥੇ ਨਹੀਂ ਹੈ। ਜੋ ਵੀ ਤੁਸੀਂ ਬਾਹਰ ਪਾਉਂਦੇ ਹੋ ਉਹ ਸਾਡੇ ਅੰਦਰ ਛੁਪਿਆ ਹੈ। ਜੇਕਰ ਅਸੀਂ ਮੰਨਦੇ ਹਾਂ ਕਿ ਬਾਹਰ ਹੀ ਹੈ, ਤਾਂ ਤੁਸੀਂ ਕਦੇ ਵੀ ਧਾਰਮਿਕ ਨਹੀਂ ਹੋ ਸਕਦੇ। ਇਸ ਲਈ ਕਾਰਲ ਮਾਰਕਸ ਨੇ, ਲੈਨਿਨ ਨੇ ਇਨਕਾਰ ਕੀਤਾ ਧਰਮ ਨੂੰ। ਉਹਨਾਂ ਦੇ ਇਨਕਾਰ ਕਰਨ 'ਚ ਬੜਾ ਅਰਥ ਹੈ, ਤੇ ਉਹਨਾਂ ਨੇ ਇਨਕਾਰ ਕੀਤਾ ਤਾਂ ਬਾਦ ਦਲੀਲ ਹੈ, ਕਿਉਂਕਿ ਕਾਰਲ ਮਾਰਕਸ ਨੇ ਕਿਹਾ ਕਿ ਬਿਮਾਰੀ ਸਮਾਜ ਵਿੱਚ ਹੈ, ਵਿਅਕਤੀ 'ਚ ਨਹੀਂ ਹੈ। ਇਸ ਲਈ ਸਮਾਜ ਨੂੰ ਬਦਲਣਾ ਹੋਏਗਾ, ਤਦੇ ਦੁਨੀਆ ਬਿਹਤਰ ਹੋਏਗੀ। ਵਿਅਕਤੀ ਨੂੰ ਬਦਲਣ ਦਾ ਕੋਈ ਅਰਥ ਹੀ ਨਹੀਂ ਹੈ, ਕਿਉਂਕਿ ਵਿਅਕਤੀ ਦੇ ਅੰਦਰ ਕੋਈ ਬਿਮਾਰੀ ਨਹੀਂ ਹੈ। ਇਹ ਮੂਲ ਪ੍ਰਸਤਾਵਨਾ ਹੈ ਕਮਿਊਨਿਜ਼ਮ ਦੀ। ਇਸ ਲਈ ਮਾਰਕਸ ਨੇ ਕਿਹਾ ਧਰਮ ਬੇਲੋੜਾ ਹੈ, ਵਿਅਰਥ ਹੈ। ਜੇ ਉਹਦੀ ਗੱਲ ਠੀਕ ਹੈ ਤਾਂ ਧਰਮ ਬੇਲੋੜਾ ਹੈ। ਉਹਨੇ ਗੱਲ ਤਾਂ ਠੀਕ ਫੜੀ, ਕਿਉਂਕਿ ਜੇਕਰ ਕਮਿਊਨਿਜ਼ਮ ਸਹੀ ਹੈ ਤਾਂ ਧਰਮ ਵਿਅਰਥ ਹੈ। ਮੌਲਿਕ ਪ੍ਰਸਤਾਵਨਾ ਕਮਿਊਨਿਜ਼ਮ ਦੀ ਇਹ ਹੈ ਕਿ ਬਿਮਾਰੀ ਬਾਹਰ ਹੈ, ਅੰਦਰ ਨਹੀਂ ਹੈ, ਤੇ ਧਰਮ ਦੀ ਮੌਲਿਕ ਪ੍ਰਸਤਾਵਨਾ ਇਹ ਹੈ ਕਿ ਬਿਮਾਰੀ ਅੰਦਰ ਹੈ, ਬਾਹਰ ਨਹੀਂ ਹੈ। ਇਸ ਲਈ ਇਸ ਧਰਤੀ ਉੱਤੇ ਧਰਮ ਤੇ ਕਮਿਊਨਿਜ਼ਮ ਵੱਡੇ ਤੋਂ ਵੱਡੇ ਵਿਰੋਧੀ ਹਨ। ਗਹਿਰੇ ਤੋਂ ਗਹਿਰਾ ਸੰਘਰਸ਼ ਇਹਨਾਂ ਦੋ ਮਾਨਤਾਵਾਂ ਦਰਮਿਆਨ ਹੋ ਰਿਹਾ ਤੇ ਹੋਏਗਾ। ਜੇ ਬਿਮਾਰੀ ਬਾਹਰ ਹੈ ਤਾਂ ਫਿਰ ਵਿਅਕਤੀ ਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ, ਨਾ ਕੋਈ ਧਿਆਨ, ਨਾ ਕੋਈ ਸਾਧਨਾ, ਨਾ ਕੋਈ ਆਤਮ ਕ੍ਰਾਂਤੀ, ਸਭ ਨੇਫਲ ਗੱਲ ਹੈ। ਤਦ ਤਾਂ ਸਾਨੂੰ ਬਾਹਰ ਦੀ ਹਾਲਤ ਬਦਲ ਦੇਣੀ ਚਾਹੀਦੀ ਹੈ, ਤੇ ਜਦ ਹਾਲਤ ਬਦਲ ਜਾਏਗੀ, ਜਦ ਸ਼ੀਸ਼ਾ ਬਦਲ ਜਾਏਗਾ, ਜਦ ਸ਼ੀਸ਼ਾ ਬਦਲ ਜਾਏਗਾ ਤਾਂ ਤੁਸੀਂ ਸੋਹਣੇ ਲੱਗੋਗੇ। ਤੁਹਾਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ। ਪਰ ਕਮਿਊਨਿਜ਼ਮ ਦੀ ਮਾਨਤਾ ਵਿੱਚ ਇੱਕ ਬੁਨਿਆਦੀ ਕਠਿਨਾਈ ਹੈ। ਇਹ ਬਦਲੇਗਾ ਕੌਣ? ਬਦਲਣਗੇ ਵਿਅਕਤੀ। ਉਹ ਵਿਅਕਤੀ ਜਿਹੜੇ ਉਸ ਸਮਾਜ 'ਚ ਪੈਦਾ ਹੋਏ ਹੈ, ਜੋ ਕੋਝਾ ਸੀ, ਗੰਦਾ ਸੀ, ਲੋਟੂ ਸੀ। ਉਹ ਵਿਅਕਤੀ ਸਮਾਜ ਦੇ ਉਸ ਰਹੀ ਹਨ, ਕਿਉਂਕਿ ਮੰਨਦਾ ਨਹੀਂ ਕਿ ਵਿਅਕਤੀ ਦੀ ਕੋਈ ਸਮਰੱਥਾ ਹੈ। ਸਭ ਸਮਰੱਥਾ ਸਮਾਜ ਦੀ ਹੈ। ਤਾਂ ਜਿਸ ਸਮਾਜ ਵਿੱਚ ਵਿਅਕਤੀ ਪੈਦਾ ਹੋਏ, ਉਹਨੂੰ ਬਦਲਣਗੇ ਕਿਵੇਂ? ਤੇ ਜਿੱਥੇ ਕਮਿਊਨਿਜ਼ਮ ਮੁਸ਼ਕਿਲ ਵਿੱਚ ਪੈ ਜਾਂਦਾ ਹੈ, ਉਹੀ ਵਿਅਕਤੀ ਬਦਲਣਗੇ ਜੋ ਇਹ ਸਮਾਜ ਨੇ ਪੈਦਾ ਕੀਤੇ ਹੈ। ਤੇ ਵਿਅਕਤੀ ਦੀ ਕੋਈ ਸਮਰੱਥਾ ਨਹੀਂ ਹੈ, ਸਭ ਸਮਰੱਥਾ ਦੀ ਹੈ। ਤਾਂ ਇਹਨਾਂ ਵਿਅਕਤੀਆਂ ਦੇ ਦੁਆਰਾ ਜੋ ਸਮਾਜ ਤਿਆਰ ਹੋਏਗਾ, ਉਹ ਨਵਾਂ ਸਮਾਜ ਨਹੀਂ ਹੋ ਸਕਦਾ, ਕਿਉਂਕਿ ਨਵਾਂਪਣ ਆਏਗਾ ਕਿੱਥੋਂ? ਪੁਰਾਣੇ 'ਚ ਪਲੇ ਹੋਏ ਪੁਰਾਣੇ ਨੂੰ ਫਿਰ ਤੋਂ ਸਥਾਪਿਤ ਕਰ ਦੇਣਗੇ। ਤੇ ਇਹੀ ਹੋਇਆ। ਰੂਸ ਵਿੱਚ ਕ੍ਰਾਂਤੀ ਹੋਈ, ਬਦਲਾਹਟ ਉੱਪਰ ਹੋਈ, ਅੰਦਰ ਫਿਰ ਉਹੀ ਪੁਰਾਣਾ ਢਾਂਚਾ ਆ ਗਿਆ। ਨਾਮ ਬਦਲ ਗਏ, ਇੰਤਜ਼ਾਮ ਬਦਲ ਗਏ, ਬੜਾ ਉਪੱਦਰ ਹੋਇਆ, ਬੜੀਆਂ ਹੱਤਿਆਵਾਂ ਹੋਈਆਂ, ਲੇਕਿਨ ਮੌਲਿਕ ਰੂਪ ਸਮਾਜ ਦਾ ਉਹੀ ਰਿਹਾ ਜੋ ਸੀ। ਪੂੰਜੀਪਤੀ ਨਹੀਂ ਰਿਹਾ, ਗਰੀਬ ਨਹੀਂ ਰਿਹਾ, ਪਰ ਹੁਣ ਮੈਨੇਜਰ ਤੇ ਮਜ਼ਦੂਰ ਹੋ ਗਏ। ਫਰਕ ਉਹੀ ਦਾ ਉਹੀ ਹੈ, ਫਾਸਲਾ ਉਹਨੇ ਦਾ ਉਹਨਾ ਹੈ, ਲੁੱਟ ਖਸੁੱਟ ਉਵੇਂ ਦੀ ਉਵੇਂ ਹੈ। ਦੀਨ ਹੁਣ ਵੀ ਦੀਨ ਹੈ, ਖੁਸ਼ਹਾਲ ਹੁਣ ਵੀ ਖੁਸ਼ਹਾਲ ਹੈ। ਖੁਸ਼ਹਾਲੀ ਦਾ ਢੰਗ ਬਦਲ ਗਿਆ। ਹੁਣ ਉਹਦੇ ਕੋਲ ਬੈਂਕ ਬੈਲੈਂਸ ਨਹੀਂ ਹੈ। ਹੁਣ ਖੁਸ਼ਹਾਲੀ ਲਈ ਰੁਪਏ ਦੀ ਤਾਕਤ ਨਹੀਂ ਰਹੀ। ਹੁਣ ਖੁਸ਼ਹਾਲੀ ਦੇ ਲਈ ਕਮਿਊਨਿਸਟ ਪਾਰਟੀ ਦੇ ਕਿੰਨੇ ਵੱਡੇ ਅਹੁਦੇ ਉੱਤੇ ਹੈ। ਇਹ ਉਹ ਤਾਕਤ ਹੋ ਗਈ। ਇਸ ਨਾਲ ਕੀ ਫਰਕ ਪੈਂਦਾ ਹੈ ਕਿ ਨੋਟ ਹੱਥ 'ਚ ਹਨ ਕਿ ਕਮਿਊਨਿਸਟ ਪਾਰਟੀ ਦਾ ਸਰਟੀਫਿਕੇਟ ਹੱਥ 'ਚ ਹੈ? ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਤਾਕਤਵਰ ਹੈ, ਕਮਜ਼ੋਰ ਹੈ, ਤੇ ਉਹਨਾਂ ਦੇ ਵਿੱਚ ਕਾਰਲਾ ਫਾਸਲਾ ਉਨਾ ਹੀ ਹੈ ਜਿੰਨਾ ਸੀ। ਸ਼ਾਇਦ ਫਾਸਲਾ ਜ਼ਿਆਦਾ ਹੋ ਗਿਆ, ਕਿਉਂਕਿ ਗਰੀਬ ਮੁਲਕ ਵਿੱਚ ਕੋਈ ਗਰੀਬ ਵੀ ਅਮੀਰ ਹੋ ਸਕਦਾ ਹੈ, ਲੇਕਿਨ ਰੂਸ 'ਚ ਜਿਹੜਾ ਕਮਿਊਨਿਸਟ ਨਹੀਂ ਹੈ, ਉਸ ਲਈ ਕਮਿਊਨਿਸਟ ਪੌੜੀਆਂ ਚੜ੍ਹਨਾ ਕਰੀਬ ਅਸੰਭਵ ਹੈ।
ਪਿਛਲੇ 40-50 ਸਾਲਾਂ ਤੋਂ 10-15 ਲੋਕਾਂ ਦਾ ਇੱਕ ਛੋਟਾ ਜਿਹਾ ਜੱਥਾ ਪੂਰੇ ਰੂਸ ਤੇ ਹਾਵੀ ਹੈ। ਇੱਕ ਛੋਟੇ ਜਿਹੇ ਗਰੁੱਪ ਨੇ ਪੂਰੇ ਰੂਸ ਨੂੰ ਕਬਜ਼ੇ 'ਚ ਕੀਤਾ ਹੋਇਆ ਹੈ। ਸਾਰਾ ਮੁਲਕ ਗੁਲਾਮੀ ਦੀ ਹਾਲਤ ਵਿੱਚ। ਕੋਈ ਗਰੀਬ ਇੰਨਾ ਗੁਲਾਮ ਕਦੇ ਨਹੀਂ ਸੀ। ਧਰਮ ਦੀ ਮਾਨਤਾ ਇਹ ਹੈ ਕਿ ਰੋਗ ਵਿਅਕਤੀ ਦੇ ਨਾਲ ਹੈ, ਸਮਾਜ ਦੇ ਨਾਲ ਨਹੀਂ ਹੈ। ਮੌਲਿਕ ਗੁਣ ਜੇਕਰ ਵਿਅਕਤੀ ਬਦਲ ਜਾਏ ਤਾਂ ਹੀ ਸਮਾਜ ਵੀ ਬਦਲ ਸਕਦਾ ਹੈ, ਤੇ ਜੇ ਕ੍ਰਾਂਤੀ ਵਿਅਕਤੀ 'ਚ ਹੋਵੇ ਤਾਂ ਹੀ ਹੋ ਸਕਦੀ ਹੈ, ਨਹੀਂ ਤਾਂ ਕੋਈ ਕ੍ਰਾਂਤੀ ਨਹੀਂ ਹੋ ਸਕਦੀ। ਵਿਅਕਤੀ ਦੀ ਕ੍ਰਾਂਤੀ ਦਾ ਕੀ ਮਤਲਬ ਹੁੰਦਾ ਹੈ? ਵਿਅਕਤੀ ਦੀ ਕ੍ਰਾਂਤੀ ਦਾ ਮਤਲਬ ਹੁੰਦਾ ਹੈ ਕਿ ਮੈਂ ਜੋ ਵੀ ਆਪਣੇ ਜੀਵਨ 'ਚ ਪਾਉਂਦਾ ਉਹ ਮੇਰੇ ਅੰਦਰ ਤੋਂ ਹੀ ਪਾਇਆ ਗਿਆ ਹੈ। ਇਹਨੂੰ ਅਸੀਂ ਇਉਂ ਸਮਝੀਏ। ਤੁਸੀਂ ਭੁੱਖੇ ਹੋ, ਤੁਸੀਂ ਦੁਖੀ ਹੋ, ਤੁਸੀਂ ਉਦਾਸ ਹੋ, ਮਨ ਵਿਖਾਦ ਨਾਲ ਘਿਰਿਆ ਹੈ, ਬਸੰਤ ਆ ਗਿਆ, ਫੁੱਲ ਖਿੜ ਗਏ, ਪੰਛੀ ਗੀਤ ਗਾਉਣ ਲੱਗੇ, ਪਰ ਤੁਹਾਨੂੰ ਨਾ ਤਾਂ ਪੰਛੀਆਂ ਦੇ ਗੀਤ ਸੁਣਾਈ ਪੈਣਗੇ, ਨਾ ਫੁੱਲਾਂ ਦਾ ਖਿੜਨਾ ਸੁਣਾਈ ਪਏਗਾ, ਨਾ ਹੀ ਫੁੱਲਾਂ 'ਚ ਝੜਦੀ ਸੁਗੰਧ ਤੁਹਾਡੀਆਂ ਨਾਸਾਂ ਨੂੰ ਛੂਹੇਗੀ। ਬਸੰਤ ਆ ਗਿਆ, ਇਹ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ। ਤੁਸੀਂ ਉਦਾਸੀ 'ਚ ਘਿਰੇ ਹੋ, ਤੁਸੀਂ ਵਿਖਾਦ 'ਚ ਘਿਰੇ ਹੋ। ਇਹ ਵੀ ਹੋ ਸਕਦਾ ਹੈ ਫੁੱਲਾਂ ਦਾ ਖਿੜਨਾ ਦੁਖਦਾਈ ਜਾਪੇ, ਪੰਛੀਆਂ ਦਾ ਗੀਤ ਰੌਲਾ ਰੱਪਾ ਲੱਗੇ, ਤੁਸੀਂ ਚਾਹੋ ਕਿ ਸਭ ਸ਼ਾਂਤ ਹੋ ਜਾਏ। ਇਹ ਕੀ ਉਪੱਦਰ ਮਚਿਆ ਹੈ? ਬਸੰਤ ਦੀਆਂ ਹਵਾਵਾਂ ਤੁਹਾਡੇ ਲਈ ਠੀਕ ਹਨ, ਕਿਉਂਕਿ ਤੁਹਾਡੇ ਅੰਦਰ ਜੋ ਵੀ ਖਾਦ ਹੈ ਤੁਸੀਂ ਉਹਦੇ ਮਾਧਿਅਮ ਨਾਲ ਦੇਖ ਸਕੋਗੇ। ਅਜਿਹਾ ਵੀ ਹੋ ਸਕਦਾ ਹੈ ਤੁਸੀਂ ਬੜੇ ਪ੍ਰੇਮ 'ਚ ਹੋ ਤੇ ਤੁਸੀਂ ਬੜੇ ਆਨੰਦ 'ਚ ਹੋ, ਤੁਸੀਂ ਬੜੇ ਖੇੜੇ 'ਚ ਹੋ, ਤੇ ਇਹ ਵੀ ਹੋ ਸਕਦਾ ਹੈ ਕਿ ਜਿੱਥੇ ਫੁੱਲ ਵਿੱਚ, ਫੁੱਲ ਦੇ ਪੌਦੇ 'ਚ ਫੁੱਲ ਨਾ ਹੋਣ, ਸਿਰਫ ਕੰਡੇ ਹੋਣ, ਤਾਂ ਉਹਨਾਂ ਕੰਡਿਆਂ ਵਿੱਚ ਵੀ ਤੁਹਾਨੂੰ ਸੁਹੱਪਣ ਦਾ ਅਹਿਸਾਸ ਹੋ ਸਕਦਾ ਹੈ। ਇੱਕ ਕੈਕਟਸ ਦਾ ਪੌਦਾ ਵੀ ਪਰਮ ਸੁਹੱਪਣ ਦਾ ਪ੍ਰਤੀਕ ਹੋ ਸਕਦਾ ਹੈ। ਜੇ ਅੰਦਰ ਪ੍ਰੇਮ ਤੇ ਆਨੰਦ ਦਾ ਹੁਲਾਸ ਹੋਵੇ ਤਾਂ ਕੰਡੇ ਫੁੱਲ ਬਣ ਜਾਂਦੇ ਹੈ, ਕਿਉਂਕਿ ਦੇਖਣ ਵਾਲਾ ਹੀ ਤਾਂ ਦੇਖਦਾ ਹੈ, ਸੁਣਨ ਵਾਲਾ ਹੀ ਤਾਂ ਸੁਣਦਾ ਹੈ। ਅੱਖਾਂ ਜੋ ਬਾਹਰ ਦੇਖਦੀਆਂ ਹਨ ਉਹ ਘੱਟ ਮੁੱਲਦਾ ਹੈ, ਜੋ ਅੰਦਰ ਛੁਪਿਆ ਹੈ, ਜੋ ਅੱਖਾਂ ਚੋਂ ਝਾਕਦਾ ਹੈ, ਉਹ ਜ਼ਿਆਦਾ ਮੁੱਲਦਾ ਹੈ। ਤੁਹਾਡੀ ਆਤਮਾ ਹੀ ਤੁਹਾਡੇ ਚਾਰ ਚੁਫੇਰੇ ਫੈਲਦੀ ਹੈ ਤੇ ਚੀਜ਼ਾਂ ਉੱਤੇ ਛਾ ਜਾਂਦੀ ਹੈ। ਜੋ ਵੀ ਤੁਸੀਂ ਵੇਖਦੇ ਹੋ, ਜੋ ਵੀ ਤੁਸੀਂ ਪਾਉਂਦੇ ਹੋ, ਉਹ ਤੁਹਾਡਾ ਹੀ ਫੈਲਿਆ ਹੋਇਆ ਰੂਪ। ਜੇ ਅਜਿਹਾ ਹੈ ਤਾਂ ਹੀ ਜ਼ਿੰਦਗੀ 'ਚ ਤਬਦੀਲੀ ਦਾ ਕੋਈ ਉਪਾਅ ਹੈ, ਕਿਉਂਕਿ ਤਦ ਹੀ ਮੈਂ ਖੁਦ ਨੂੰ ਬਦਲ ਲਵਾਂ ਤਾਂ ਮੈਂ ਪੂਰੇ ਜਗਤ ਨੂੰ ਬਦਲ ਲੈਂਦਾ। ਇਹਨੂੰ ਅਸੀਂ ਇਸ ਤਰ੍ਹਾਂ ਵੀ ਸਮਝੀਏ ਕਿ ਅਸੀਂ ਇੱਕ ਹੀ ਜਗਤ ਵਿੱਚ ਨਹੀਂ ਰਹਿੰਦੇ। ਅਜਿਹਾ ਲੱਗਦਾ ਹੈ ਕਿ ਇੱਕ ਹੀ ਜਗਤ 'ਚ ਰਹਿੰਦੇ ਆ, ਪਰ ਸਾਡਾ ਸਭ ਦਾ ਮਾਨਸਿਕ ਜਗਤ ਵੱਖੋ ਵੱਖਰਾ ਹੈ। ਜਿੰਨੇ ਲੋਕ ਇੱਥੇ ਬੈਠੇ ਹੈ ਉਨੇ ਜਗਤ ਇੱਥੇ ਮੌਜੂਦ ਹਨ, ਕਿਉਂਕਿ ਕੋਈ ਤੁਹਾਡੇ ਵਿੱਚੋਂ ਦੁਖੀ ਹੋਏਗਾ, ਕੋਈ ਤੁਹਾਡੇ 'ਚੋਂ ਸੁਖੀ ਹੋਏਗਾ, ਕੋਈ ਸ਼ਾਂਤ ਹੋਏਗਾ, ਕੋਈ ਅਸ਼ਾਂਤ ਹੋਏਗਾ। ਇੱਕ ਹੀ ਜਗਤ ਦੇ ਤੁਸੀਂ ਮੈਂਬਰ ਨਹੀਂ ਹੋ ਸਕਦੇ। ਜਿਹੜਾ ਇੱਥੇ ਸ਼ਾਂਤ ਬੈਠਾ ਹੈ ਉਹਨੂੰ ਚਾਰ ਚੁਫੇਰੇ ਦਾ ਜਗਤ ਮੁਕੰਮਲ ਸ਼ਾਂਤੀ ਨਾਲ ਭਰਿਆ ਹੋਇਆ ਜਾਪੇਗਾ। ਇਸ ਹਵਾ ਦਾ ਕਣ ਕਣ, ਹਵਾ ਦੀ ਹਲਕੀ ਜਿਹੀ ਲਹਿਰ ਉਹਨੂੰ ਸ਼ਾਂਤੀ ਦਾ ਇੱਕ ਝੂਟਾ ਦੇਏਗੀ। ਉਹ ਤਾਜ਼ਗੀ ਨਾਲ ਭਰ ਜਾਏਗਾ। ਤੇ ਜਿਹੜਾ ਉਹਦੇ ਕੋਲ ਹੀ ਉਦਾਸ ਤੇ ਦੁਖੀ ਬੈਠਾ ਹੈ, ਘਟਨਾਵਾਂ ਇਹੀ ਉਹਦੇ ਕੋਲ ਵੀ ਵਾਪਰ ਰਹੀਆਂ ਹੈ, ਪਰ ਵਿਆਖਿਆ ਜੁਦਾ ਹੋਏਗੀ। ਅਸੀਂ ਕੀ ਵਿਆਖਿਆ ਕਰਦੇ ਹਾਂ, ਅਸੀਂ ਕਿਵੇਂ ਦੇਖਦੇ ਹਾਂ, ਇਸ ਤੋਂ ਜਗਤ ਉਸਰਦਾ ਹੈ। ਤੇ ਸਾਡੀ ਸਭ ਦੀ ਦ੍ਰਿਸ਼ਟੀ ਵੱਖੋ ਵੱਖਰੀ ਹੈ, ਸਾਡਾ ਸਭ ਦਾ ਦਰਸ਼ਨ ਵੱਖੋ ਵੱਖਰਾ ਹੈ, ਸਾਡੇ ਸਭ ਦੇ ਜਗਤ ਜੁਦਾ ਹੁੰਦੇ ਹੈ। ਹਰ ਬੰਦਾ ਆਪਣੇ ਮਾਨਸਿਕ ਜਗਤ ਵਿੱਚ ਰਹਿੰਦਾ ਹੈ। ਇਸ ਲਈ ਅਸੀਂ ਇੱਕ ਦੂਜੇ ਨਾਲ ਟਕਰਾਉਂਦੇ ਹਾਂ, ਕਿਉਂਕਿ ਸਾਡੇ ਜਗਤ ਇੰਨੇ ਅਲੱਗ-ਅਲੱਗ ਹੁੰਦੇ ਹਨ। ਦੋ ਵਿਅਕਤੀ ਵਿਆਹ ਕਰਵਾ ਲੈਂਦੇ ਹੈ, ਕਦੇ ਵੀ ਇੱਕ ਦੂਜੇ ਦਾ ਤਾਲਮੇਲ ਨਹੀਂ ਬੈਠਦਾ, ਕਿਉਂਕਿ ਦੋਹਾਂ ਦਾ ਜਗਤ ਮਾਨਸਿਕ ਰਚਨਾ ਦਾ ਜੋ ਲੋਕ ਹੈ ਉਹ ਇੰਨਾ ਅਲੱਗ ਹੈ ਕਿ ਉਹ ਟਕਰਾਉਂਦੇ ਹੈ, ਟੱਕਰੇ ਹੁੰਦੇ ਹੈ। ਪਤੀ ਕੁਝ ਕਹਿੰਦਾ ਹੈ, ਪਤਨੀ ਬਿਲਕੁਲ ਕੁਝ ਹੋਰ ਹੀ ਸਮਝਦੀ ਹੈ। ਜੋ ਉਹਨੇ ਕਿਹਾ ਹੀ ਨਹੀਂ, ਉਹ 1000 ਵਾਰ ਕਹਿੰਦਾ ਕਿ ਮੇਰਾ ਮਤਲਬ ਹੀ ਨਹੀਂ ਹੈ, ਲੇਕਿਨ ਪਤਨੀ ਇਹ ਮੰਨ ਹੀ ਨਹੀਂ ਸਕਦੀ ਕਿ ਇਹ ਤੇਰਾ ਮਤਲਬ ਨਹੀਂ ਹੈ। ਪਤਨੀ ਜੋ ਕਹਿੰਦੀ ਹੈ ਪਤੀ ਨਹੀਂ ਸਮਝ ਪਾਉਂਦਾ। ਸੰਵਾਦ ਬਿਲਕੁਲ ਅਸੰਭਵ ਜਾਓ। ਤੁਸੀਂ ਕੁਝ ਕਹਿੰਦੇ ਹੋ, ਸਮਝਿਆ ਕੁਝ ਜਾਂਦਾ ਹੈ, ਕੋਈ ਦੂਜਾ ਕੁਝ ਕਹਿੰਦਾ ਹੈ, ਤੁਸੀਂ ਕੋਈ ਹੋਰ ਮਤਲਬ ਕੱਢਦੇ ਹੋ। ਦੂਜਾ ਲੱਖ ਸਿਰ ਧੁਣੇ ਕਿ ਇਹ ਮੇਰਾ ਮਕਸਦ ਨਹੀਂ, ਤਾਂ ਵੀ ਤੁਹਾਨੂੰ ਭਰੋਸਾ ਨਹੀਂ ਆਉਂਦਾ। ਤੁਸੀਂ ਕਹਿੰਦੇ ਹੋ ਮਕਸਦ ਤਾਂ ਉਹੀ ਹੈ, ਹੁਣ ਤੁਸੀਂ ਬਦਲ ਰਹੇ ਹੋ ਦੇਖਣ ਦਾ ਢੰਗ। ਅਸੀਂ ਕਿੰਨੇ ਹੀ ਕੋਲ ਆਏ, ਸਾਡੇ ਜਗਤ ਵੱਖੋ ਵੱਖਰੇ ਹੁੰਦੇ ਤੇ ਇਹਨਾਂ ਵਿਚਾਲੇ ਟਕਰਾਓ ਬਣਿਆ ਰਹਿੰਦਾ ਹੈ। ਜਦ ਤੱਕ ਕਿ ਤੁਸੀਂ ਇਹ ਨਾ ਸਮਝ ਲਓ ਕਿ ਹਰ ਵਿਅਕਤੀ ਆਪਣੇ ਮਾਨਸ ਲੋਕ 'ਚ ਰਹਿ ਰਿਹਾ ਹੈ, ਜਦ ਤੱਕ ਕਿ ਤੁਸੀਂ ਇੰਨੇ ਸੁੱਚੇ ਨਾ ਹੋ ਜਾਓ ਕਿ ਤੁਸੀਂ ਦੂਜਾ ਕਿਵੇਂ ਦੇਖ ਰਿਹਾ ਹੋਏਗਾ, ਜਦ ਤੱਕ ਤੁਸੀਂ ਖੁਦ ਨੂੰ ਉਹਦੀ ਥਾਂ ਰੱਖ ਕੇ ਦੇਖਣਾ ਨਾ ਸ਼ੁਰੂ ਕਰ ਦਿਓ, ਨਾ ਦੇਖ ਲਓ, ਤਦ ਤੱਕ ਸੰਘਰਸ਼ ਜਾਰੀ ਰਹੇਗਾ। ਤਦ ਤੱਕ ਮਿੱਤਰਤਾ ਵੀ ਇੱਕ ਤਰ੍ਹਾਂ ਦੀ ਦੁਸ਼ਮਣੀ ਹੈ, ਸੰਬੰਧ ਵਿੱਚ ਇੱਕ ਤਰ੍ਹਾਂ ਦਾ ਕਲੇਸ਼ ਹੈ, ਪਰਿਵਾਰ ਵੀ ਇੱਕ ਤਰ੍ਹਾਂ ਦਾ ਉਪੱਦਰ ਹੈ, ਕਿਉਂਕਿ ਇੱਥੇ ਇੰਨੇ ਜਗਤ ਪੈਦਾ ਹੋ ਜਾਂਦੇ ਹੈ, ਉਹਨਾਂ ਵਿਚਾਲੇ ਸੰਘਰਸ਼ ਹੈ। ਲੇਕਿਨ ਸਾਨੂੰ ਇਹ ਵੀ ਖਿਆਲ ਨਹੀਂ ਕਿ ਅਸੀਂ ਇੱਕ
ਖੋਲ ਦੇ ਵਿੱਚੋਂ ਦੀ ਦੇਖਦੇ ਹਾਂ, ਅਸੀਂ ਇੱਕ ਐਨਕ ਦੇ ਵਿੱਚੋਂ ਦੀ ਦੇਖਦੇ ਹਾਂ। ਸਾਡੀ ਐਨਕ ਦਾ ਰੰਗ ਸਭ ਤਰਫ ਦੀਆਂ ਚੀਜ਼ਾਂ ਉੱਤੇ ਫੈਲ ਜਾਂਦਾ ਹੈ। ਫਿਰ ਅਸੀਂ ਚੀਜ਼ਾਂ ਨੂੰ ਬਦਲਣ 'ਚ ਲੱਗ ਜਾਂਦੇ ਹਾਂ, ਬਜਾਏ ਇਹਦੇ ਕਿ ਮੈਂ ਐਨਕ ਨੂੰ ਬਦਲਦੇ ਹਾਂ, ਬਜਾਏ ਇਹਦੇ ਕਿ ਅਸੀਂ ਐਨਕ ਨੂੰ ਪਾਸੇ ਕਰ ਦਈਏ, ਬਜਾਏ ਇਹਦੇ ਕਿ ਮੈਂ ਖੁਦ ਨੂੰ ਬਦਲਾਂ। ਮੈਂ ਬਾਹਰ ਦੀ ਵਿਵਸਥਾ ਜਟਾਉਣ 'ਚ ਲੱਗ ਜਾਂਦਾ ਕਿ ਦੁਨੀਆ ਕਿਵੇਂ ਚੰਗੀ ਹੋਵੇ, ਮਕਾਨ ਕਿਵੇਂ ਚੰਗੇ ਹੋਣ, ਸੁਹੱਪਣ ਕਿਵੇਂ ਮੇਰੇ ਚਾਰ ਚੁਫੇਰੇ ਹੋਵੇ, ਤੇ ਅੰਦਰ ਦਾ ਆਦਮੀ ਕੋਝਾ ਹੁੰਦਾ ਹੈ ਜੋ ਸਾਰੀਆਂ ਚੀਜ਼ਾਂ ਨੂੰ ਕੋਝੀਆਂ ਕਰ ਦਿੰਦਾ ਹੈ। ਮੈਂ ਧਨਾਢ ਲੋਕਾਂ ਦੇ ਘਰੇ ਠਹਿਰਦਾ ਹਾਂ। ਮੈਂ ਵੇਖ ਕੇ ਹੈਰਾਨ ਹੁੰਦਾ ਕਿ ਉਹਨਾਂ ਕੋਲ ਧਨ ਤਾਂ ਹੈ ਪਰ ਸੁਹੱਪਣ ਦਾ ਬੋਧ ਨਹੀਂ ਹੈ। ਘਰ 'ਚ ਕਬਾੜ ਕਚਰਾ ਇਕੱਠਾ ਕਰ ਲੈਂਦੇ ਆ, ਬੜਾ ਕੀਮਤੀ ਲਿਆਉਂਦੇ ਆ, ਸਾਰੀ ਦੁਨੀਆ ਤੋਂ ਇਕੱਠਾ ਕਰਕੇ ਲਿਆਉਂਦੇ ਆ, ਪਰ ਉਹਨਾਂ ਕੋਲ ਸੁਹੱਪਣ ਦਾ ਕੋਈ ਬੋਧ ਨਹੀਂ ਹੈ। ਪੈਸਾ ਉਹਨਾਂ ਦੇ ਕੋਲ ਹੈ ਪਰ ਘਰ ਉਹਨਾਂ ਦਾ ਕਬਾੜਖਾਨਾ ਜਾਪਦਾ ਹੈ। ਉਹ ਚੀਜ਼ਾਂ ਰੱਖ ਲੈਂਦੇ ਆ ਲਿਆ ਕੇ, ਜੋ ਵੀ ਬਾਜ਼ਾਰ 'ਚ ਨਵਾਂ ਆਉਂਦਾ ਉਹ ਖਰੀਦ ਲਿਆਉਂਦੇ ਆ। ਨਾ ਤਾਂ ਉਹਨੂੰ ਰੱਖਣ ਦਾ ਸਲੀਕਾ ਹੈ, ਨਾ ਦੇਖਣ ਦੀ ਦ੍ਰਿਸ਼ਟੀ ਹੈ, ਨਾ ਕਾਵ, ਨਾ ਕੋਈ ਬੋਧ, ਨਾ ਸੁਹੱਪਣ ਦਾ ਕੋਈ ਅਨੁਭਵ ਹੈ। ਉਹਨਾਂ ਨੇ ਤਾਂ ਸਿਰਫ ਰੁਪਏ ਇਕੱਠੇ ਕਰਨੇ ਹੈ, ਜੋ ਕਿ ਇਸ ਜਗਤ 'ਚ ਕੋਝੇ ਤੋਂ ਕੋਝਾ ਕਰਮ ਹੈ। ਸਾਰੀ ਆਤਮਾ ਤਾਂ ਕੋਝੀ ਹੈ, ਪਰ ਫਿਰ ਪੈਸਾ ਕੋਲ ਹੈ ਤਾਂ ਸੁਹੱਪਣ ਨੂੰ ਖਰੀਦ ਸਕਦੇ ਹੈ। ਇਸ ਲਈ ਜੋ ਵੀ ਉਹਨਾਂ ਨੂੰ ਲੱਗਦਾ ਹੈ ਸੁੰਦਰ ਹੈ, ਜੇ ਖਬਰ ਆ ਜਾਂਦੀ ਹੈ ਕਿ ਪਿਕਾਸੋ ਦਾ ਚਿੱਤਰ ਘਰ 'ਚ ਹੋਣਾ ਜ਼ਰੂਰੀ ਹੈ ਤਾਂ ਲੱਖਾਂ ਰੁਪਏ ਖਰਚ ਕਰਕੇ ਪਿਕਾਸੋ ਦਾ ਚਿੱਤਰ ਖਰੀਦ ਲਿਆਉਂਦੇ ਆ। ਨਾ ਉਹ ਸਮਝਦੇ ਆ ਕਿ ਚਿੱਤਰ ਕੀ ਹੈ, ਉਹ ਇਹ ਵੀ ਨਹੀਂ ਦੱਸ ਸਕਦੇ ਕਿ ਚਿੱਤਰ ਉਲਟਾ ਟੰਗਿਆ ਜਾਂ ਸਿੱਧਾ ਟੰਗਿਆ ਹੈ, ਪਰ ਪਿਕਾਸੋ ਦਾ ਹੈ, ਘਰ 'ਚ ਹੋਣਾ ਚਾਹੀਦਾ ਹੈ। ਫਿਰ ਉਹਨੂੰ ਉਹ ਲਮਕਾ ਦਿੰਦੇ ਆ। ਪਿਕਾਸੋ ਨੇ ਆਪਣੇ ਇੱਕ ਪੱਤਰ 'ਚ ਲਿਖਿਆ ਕਿ ਮੇਰਾ ਜੀਵਨ ਇੱਕ ਦੁਖੀ ਆਦਮੀ ਦਾ ਜੀਵਨ ਹੈ, ਕਿਉਂਕਿ ਮੈਂ ਜੋ ਵੀ ਜੀਵਨ 'ਚ ਮਿਹਨਤ ਨਾਲ ਤਿਆਰ ਕੀਤਾ ਹੈ ਉਹ ਅਜਿਹੇ ਘਰ 'ਚ ਲਮਕਿਆ ਜਿਸ 'ਚ ਰਹਿਣ ਵਾਲਿਆਂ ਕੋਲ ਨਾ ਦੇਖਣ ਵਾਲੀਆਂ ਅੱਖਾਂ ਹਨ, ਨਾ ਸਮਝਣ ਵਾਲੇ ਹਿਰਦੇ ਹਨ। ਕਿਤੇ ਕਿਸੇ ਬਾਥਰੂਮ ਵਿੱਚ, ਕਿਤੇ ਕਿਸੇ ਬੈਠਕ ਘਰ 'ਚ ਲਮਕਿਆ ਹੈ। ਮੇਰੀ ਸਾਰੀ ਜ਼ਿੰਦਗੀ ਦੀ ਮਿਹਨਤ ਉਹਨਾਂ ਲੋਕਾਂ ਦੇ ਕੋਲ ਚਲੀ ਗਈ ਹੈ ਜਿਹੜੇ ਕਦੇ ਇੱਕ ਛਿਣ ਰੁੱਕ ਕੇ ਵੀ ਨਹੀਂ ਵੇਖਦੇ ਕਿ ਕੀ ਹੈ, ਕੀ ਉਹ ਲੈ ਆਏ ਹਨ। ਤੁਸੀਂ ਕਿੰਨੀਆਂ ਹੀ ਚੀਜ਼ਾਂ ਇਕੱਠੀਆਂ ਕਰ ਲਓ, ਜੇਕਰ ਅੰਦਰ ਸੁਹੱਪਣ ਦਾ ਬੋਧ ਨਹੀਂ ਹੈ ਤਾਂ ਤੁਹਾਡੇ ਚਾਰ ਚੁਫੇਰੇ ਕੋਝ ਹੋਏਗਾ। ਇੱਕ ਝੌਂਪੜੇ 'ਚ ਹੀ ਸੁਹੱਪਣ ਹੋ ਸਕਦਾ ਹੈ। ਜੇ ਤੁਹਾਡੇ ਅੰਦਰ ਸੁਹੱਪਣ ਦਾ ਬੋਧ ਹੈ ਤਦ ਇੱਕ ਖਾਲੀ ਥਾਂ ਵੀ ਖੂਬਸੂਰਤ ਹੋ ਸਕਦੀ ਹੈ। ਉਹ ਬੋਧ ਆਰੋਪਿਤ ਹੁੰਦਾ ਹੈ, ਉਹ ਬੋਧ ਹੀ ਤੁਹਾਡੇ ਚਾਰ ਚੁਫੇਰੇ ਦੇ ਜਗਤ ਨੂੰ ਉਸਾਰਦਾ ਹੈ। ਤਦ ਹੋ ਸਕਦਾ ਹੈ ਤੁਹਾਡੇ ਫੁੱਲਦਾਨ 'ਚ ਕੀਮਤੀ ਫੁੱਲ ਨਾ ਹੋਣ, ਤੁਸੀਂ ਸਿਰਫ ਸਧਾਰਨ ਪੱਤਿਆਂ ਦੀ ਇੱਕ ਸਜਾਵਟ ਕਰ ਰੱਖੀ ਹੋਵੇ, ਲੇਕਿਨ ਉਸ ਵਿੱਚ ਵੀ ਸੁਹੱਪਣ ਹੋਏਗਾ, ਕਿਉਂਕਿ ਸੁਹੱਪਣ ਤੁਹਾਡੇ ਅੰਦਰੋਂ ਆਉਂਦਾ ਹੈ। ਇਹ ਸੂਤਰ ਸਮਝਣ ਯੋਗ ਹੈ, ਕਿਉਂਕਿ ਜੀਵਨ ਕ੍ਰਾਂਤੀ ਦੀ ਦਿਸ਼ਾ ਵਿੱਚ ਚੱਲਣ ਵਾਲਿਆਂ ਲਈ ਬਹੁਤ ਹੀ ਵਿਚਾਰਨ ਯੋਗ ਹੈ। ਚੌਥਾ ਸੂਤਰ, ਜ਼ਿੰਦਗੀ ਦਾ ਸੰਗੀਤ ਸੁਣੋ। ਉਹਨੂੰ ਲੱਭੋ ਤੇ ਪਹਿਲਾਂ ਉਹਨੂੰ ਹਿਰਦੇ 'ਚ ਹੀ ਸੁਣੋ। ਆਰੰਭ ਵਿੱਚ ਤੁਸੀਂ ਸ਼ਾਇਦ ਕਹੋਗੇ ਇੱਥੇ ਗੀਤ ਤਾਂ ਹਨ ਨਹੀਂ, ਮੈਂ ਤਾਂ ਜਦ ਭਾਲਦਾ ਤਾਂ ਸਿਰਫ ਬੇਸੁਰਾ ਸ਼ੋਰ ਹੀ ਸੁਣਾਈ ਪੈਂਦਾ। ਹੋਰ ਜ਼ਿਆਦਾ ਗਹਿਰੇ ਲੱਭੋ। ਜੇ ਫਿਰ ਵੀ ਤੁਸੀਂ ਨਾਕਾਮ ਰਹੋ ਤਾਂ ਠਹਿਰੋ, ਹੋਰ ਵੀ ਅੱਤ ਗਹਿਰੇ 'ਚ ਫੇਰ ਲੱਭੋ। ਇੱਕ ਕੁਦਰਤੀ ਸੰਗੀਤ, ਇੱਕ ਗੁਪਤ ਜਲ ਸੋਮਾ ਹਰੇਕ ਮਨੁੱਖੀ ਹਿਰਦੇ ਵਿੱਚ ਹੈ। ਉਹ ਭਾਵੇਂ ਢਕਿਆ ਹੀ ਹੋਵੇ, ਬਿਲਕੁਲ ਛੁਪਿਆ ਹੋਵੇ, ਖਾਮੋਸ਼ ਜਾਪਦਾ ਹੋਵੇ, ਪਰ ਉਹ ਹੈ ਜ਼ਰੂਰ। ਜੀਵਨ ਦਾ ਸੰਗੀਤ ਸੁਣੋ, ਲੇਕਿਨ ਉਹਨੂੰ ਸੁਣਨ ਦੀ ਪਹਿਲੀ ਸ਼ਰਤ ਇਹ ਹੈ ਕਿ ਪਹਿਲਾਂ ਉਹਨੂੰ ਆਪਣੇ ਹਿਰਦੇ ਨਾਲ ਸੁਣੋ, ਨਹੀਂ ਤਾਂ ਫਿਰ ਬਾਹਰ ਨਹੀਂ ਸੁਣਾਈ ਪਏਗਾ। ਅਸੀਂ ਬਾਹਰ ਸੰਗੀਤ ਸੁਣਦੇ ਹਾਂ, ਸ਼ਾਇਦ ਸੋਚਦੇ ਵੀ ਹਾਂ ਕਿ ਸੰਗੀਤ ਸਮਝ 'ਚ ਆ ਰਿਹਾ, ਸਿਰ ਵੀ ਹਿਲਾਉਂਦੇ ਹਾਂ, ਆਨੰਦਿਤ ਵੀ ਹੁੰਦੇ ਆ, ਪਰ ਜੋ ਅੰਦਰ ਦਾ ਸੰਗੀਤ ਨਹੀਂ ਸੁਣਿਆ ਤੇ ਇਹ ਸਭ ਉੱਪਰ ਦੀ ਗੱਲ ਹੈ। ਇਸ ਨਾਲ ਸੰਗੀਤ 'ਚ ਪ੍ਰਵੇਸ਼ ਨਹੀਂ ਹੋ ਪਾਏਗਾ। ਸੰਗੀਤ ਅਧਿਆਤਮ ਹੈ। ਜਦ ਤੱਕ ਤੁਹਾਡੇ ਹਿਰਦੇ 'ਚ ਰਾਗ ਦਾ ਅਨੁਭਵ ਨਾ ਹੋਣ ਲੱਗੇ, ਜਦ ਤੱਕ ਤੁਹਾਡੇ ਸਵਾਸ ਵਿੱਚ ਇੱਕ ਲੈਅਬੱਧਤਾ ਨਾ ਆ ਜਾਏ, ਜਦ ਤੱਕ ਤੁਹਾਡੀ ਜੀਵਨ ਥਿਰਕਣ ਵੀਣਾ ਨਾ ਬਣ ਜਾਏ, ਜਦ ਤੱਕ ਤੁਹਾਨੂੰ ਅੰਦਰ ਨਾ ਸੁਣਾਈ ਦੇਣ ਲੱਗ ਪਏ, ਉਹ ਨਾਦ ਜੋ ਜੀਵਨ ਦਾ ਨਾਦ ਹੈ, ਉਹਨੂੰ ਪੈਦਾ ਨਹੀਂ ਕਰਨਾ ਪੈਂਦਾ, ਜੋ ਚੱਲ ਹੀ ਰਿਹਾ ਹੈ, ਜੋ ਤੁਸੀਂ ਹੋ, ਜਦ ਤੱਕ ਤੁਹਾਨੂੰ ਉਹ ਨਾ ਸੁਣਾਈ ਪੈ ਜਾਏ, ਤਦ ਤੱਕ ਇਸ ਜਗਤ ਵਿੱਚ ਜਿਹੜਾ ਅਨੰਤ ਸੰਗੀਤ ਗੁੰਜਾਰ ਕਰ ਰਿਹਾ ਹੈ, ਉਸ ਨਾਲ ਤੁਹਾਡੀ ਕੋਈ ਪਛਾਣ ਨਹੀਂ ਹੋਏਗੀ। ਇੱਕ ਵਾਰ ਤੁਹਾਨੂੰ ਆਪਣੇ ਹਿਰਦੇ 'ਚ ਸੁਣਾਈ ਪੈ ਜਾਏ ਉਹ ਨਾਦ, ਤਾਂ ਤੁਸੀਂ ਪਾਓਗੇ ਕਿ ਹਰ ਪਾਸੇ ਝਰਨੇ ਦੀ ਕਰਲ ਵਿੱਚ, ਹਵਾਵਾਂ ਦਾ ਲੰਘਣਾ, ਬਿਰਛਾਂ ਦੇ ਪੱਤਿਆਂ ਵਿੱਚੋਂ ਦੀ ਉਸ ਵਿੱਚ, ਪੱਥਰ ਦੇ ਡਿੱਗਣ ਵਿੱਚ, ਨਾਦ ਦੇ ਵਹਿਣ ਵਿੱਚ, ਖਾਮੋਸ਼ੀ ਵਿੱਚ, ਰਾਤ ਦੀ ਸੁੰਨ ਛਾਂ ਵਿੱਚ, ਝਿੰਗਰਾਂ ਦੀ ਆਵਾਜ਼ ਵਿੱਚ, ਸਭ ਪਾਸੇ ਤੁਹਾਨੂੰ ਆਪਣੇ
ਹਿਰਦੇ ਦੀ ਪਰਤਵੀਂ ਗੂੰਜ ਸੁਣਾਈ ਪੈਣ ਲੱਗੇਗੀ। ਇਹ ਜਗਤ ਇੱਕ ਸੰਗੀਤ ਬਣ ਜਾਏਗਾ, ਲੇਕਿਨ ਇਹ ਹੋਏਗਾ ਉਸ ਦਿਨ ਜਿਸ ਦਿਨ ਹਿਰਦੇ ਨੂੰ ਸੁਣਿਆ ਜਾ ਸਕੇ। ਜੋ ਸਭ ਤੋਂ ਕਰੀਬ ਹੈ ਉਹ ਤੋਂ ਯਾਤਰਾ ਸ਼ੁਰੂ ਕਰੋ। ਪੁਰਾਣੇ ਦਿਨਾਂ 'ਚ, ਬਹੁਤ ਪੁਰਾਣੇ ਦਿਨਾਂ 'ਚ ਇਤਿਹਾਸ ਨੇ ਜਿਹਦਾ ਚੇਤਾ ਹੀ ਵਿਸਾਰ ਛੱਡਿਆ। ਸੰਗੀਤ ਦੀ ਸਿੱਖਿਆ ਧਿਆਨ ਤੋਂ ਸ਼ੁਰੂ ਹੁੰਦੀ ਸੀ, ਕਿਉਂਕਿ ਸਾਜ਼ ਤੇ ਕੀ ਕਰੋਗੇ, ਕੰਠ ਨਾਲ ਕੀ ਹੋਏਗਾ ਜਦ ਤੱਕ ਹਿਰਦੇ ਤੋਂ ਸੰਗੀਤ ਦਾ ਸੁਰ ਮਹਿਸੂਸ ਨਾ ਹੋਣ ਲੱਗੇ। ਨਾਚ ਦੀ ਸਿੱਖਿਆ ਧਿਆਨ ਤੋਂ ਸ਼ੁਰੂ ਹੁੰਦੀ ਹੈ, ਕਿਉਂਕਿ ਸਰੀਰ ਨੂੰ ਹਿਲਾਉਣ ਨਾਲ ਕੀ ਹੋਏਗਾ ਜਦ ਤੱਕ ਕਿ ਥਿਰਕਣ ਅੰਦਰ ਨਾ ਆਉਣ ਲੱਗੇ, ਜਦ ਤੱਕ ਕਿ ਅੰਦਰ ਬਿਜਲੀ ਨਾ ਪ੍ਰਵਾਹਿਤ ਹੋਣ ਲੱਗੇ, ਜਦ ਤੱਕ ਕਿ ਅੰਦਰ ਕੋਈ ਨੱਚ ਨਾ ਉੱਠੇ, ਜਦ ਤੱਕ ਸਰੀਰ ਨੂੰ ਹਿਲਾਉਣਾ ਕਵਾਇਦ ਹੋਏਗੀ, ਤਦ ਤੱਕ ਉਹ ਨਾਚ ਨਹੀਂ ਹੋਏਗਾ। ਭਾਵੇਂ ਕਿੰਨੀ ਕੁਸ਼ਲਤਾ ਆ ਜਾਏ ਸਰੀਰ ਨੂੰ ਨਚਾਉਣ ਦੀ, ਉਹ ਕੁਸ਼ਲਤਾ ਟੈਕਨੀਕਲ ਹੋਏਗੀ, ਹਾਰਦਿਕ ਨਹੀਂ ਹੋਏਗੀ। ਉਸ ਵਿੱਚ ਕਿਤੇ ਵੀ ਹਿਰਦਾ ਨਹੀਂ ਹੋਏਗਾ, ਕੁਸ਼ਲਤਾ ਹੋਏਗੀ, ਤੇ ਕੁਸ਼ਲਤਾ ਬਹੁਤ ਗਹਿਰੀ ਹੋ ਸਕਦੀ ਹੈ। ਫਿਰ ਵੀ ਆਤਮਾ ਨਹੀਂ ਹੋਏਗੀ, ਸਰੀਰ ਹੀ ਨੱਚੇਗਾ। ਉਹੀ ਫਰਕ ਹੈ। ਵੱਡੇ ਤੋਂ ਵੱਡਾ ਸੰਗੀਤਕਾਰ ਵੀ ਨੱਚ ਸਕਦਾ ਹੈ, ਨ੍ਰਿਤਕਾਰ ਨੱਚ ਸਕਦਾ ਹੈ। ਵੱਡੇ ਤੋਂ ਵੱਡਾ ਸੰਗੀਤਕਾਰ ਸੰਗੀਤ ਨੂੰ ਜਨਮ ਦੇ ਸਕਦਾ ਹੈ। ਪਰ ਕ੍ਰਿਸ਼ਨ ਦੇ ਨਾਚ ਵਿੱਚ ਕੁਝ ਗੱਲ ਹੋਰ ਹੈ। ਟੈਕਨੀਕਲੀ ਉਹ ਗਲਤ ਵੀ ਹੋ ਸਕਦਾ ਹੈ। ਉਹਨਾਂ ਦੇ ਨਾਚ 'ਚ ਭੁੱਲ ਚੁੱਕ ਲੱਭੀ ਜਾ ਸਕਦੀ ਹੈ, ਤੇ ਪੰਡਤਾਂ ਨੂੰ ਲਾ ਦੇਈਏ ਉਹ ਜ਼ਰੂਰ ਲੱਭ ਲੈਣਗੇ। ਫਿਰ ਵੀ ਉਹਨਾਂ ਦਾ ਨਾਚ ਕਿਸੇ ਹੋਰ ਆਯਾਮ ਵਿੱਚ ਹੈ। ਮੀਰਾ ਦੇ ਸੰਗੀਤ 'ਚ ਭੁੱਲ ਚੁੱਕ ਲੱਭੀ ਜਾ ਸਕਦੀ ਹੈ, ਕਾਵ ਵਿੱਚ ਭੁੱਲ ਚੁੱਕ ਲੱਭੀ ਜਾ ਸਕਦੀ ਹੈ, ਵਿਆਕਰਨ 'ਚ ਭੁੱਲ ਚੁੱਕ ਲੱਭੀ ਜਾ ਸਕਦੀ ਹੈ, ਕਿਉਂਕਿ ਮੀਰਾ ਨਾ ਤਾਂ ਕੋਈ ਕਵਿੱਤਰੀ ਹੈ, ਨਾ ਕੋਈ ਨਰਤਕੀ ਹੈ, ਨਾ ਉਹ ਕੋਈ ਸੰਗੀਤ ਦੀ ਜਾਣਕਾਰ ਹੈ। ਫਿਰ ਵੀ ਅੰਤਰਮਨ ਦੇ ਕਿਸੇ ਕੋਨੇ 'ਚ ਗਹਿਰੇ ਵਿੱਚ ਸੰਗੀਤ ਵਾਪਰਿਆ, ਨਾਚ ਵਾਪਰਿਆ, ਕਾਵ ਦਾ ਜਨਮ ਹੋਇਆ ਹੈ। ਉਹੀ ਕਾਵ, ਉਹੀ ਨਾਚ ਸਰੀਰ ਤੱਕ ਆ ਗਿਆ, ਬਾਹਰ ਤੱਕ ਫੈਲ ਗਿਆ। ਇਸ ਲਈ ਉਹਦੇ ਨਾਚ ਵਿੱਚ ਕੁਝ ਗੱਲ ਹੀ ਹੋ ਰਿਹਾ। ਇਸ ਜਗਤ ਦਾ ਨਹੀਂ ਹੈ ਉਹ ਨਾਚ। ਉਹ ਤਾਂ ਕਿਵੇਂ ਪਾਰ ਤੋਂ ਆਉਂਦੀ ਹੈ ਕੋਈ ਕਿਰਨ, ਉਹ ਕਿਤੇ ਦੂਰ ਦੀ ਖਬਰ ਲਿਆਉਂਦੀ ਹੈ। ਅਜਿਹਾ ਹੈ ਨਾਚ। ਮੀਰਾ ਛਾ ਗਈ ਹਿਰਦੇ ਉੱਤੇ। ਬਹੁਤ ਵੱਡੇ ਸੰਗੀਤ ਮਾਹਰ ਹੋਏ, ਮੀਰਾ ਦੀ ਕੋਈ ਤੁਲਨਾ ਨਹੀਂ ਉਹਨਾਂ ਨਾਲ। ਟੈਕਨੀਕਲੀ ਕੋਈ ਹੈਸੀਅਤ ਨਹੀਂ ਹੈ ਉਹਦੀ, ਪਰ ਸੰਗੀਤ ਮਾਹਿਰਾਂ ਨੂੰ ਅਸੀਂ ਭੁੱਲਦੇ ਚਲੇ ਜਾਵਾਂਗੇ। ਮੀਰਾ ਨੂੰ ਭੁੱਲਣਾ ਅਸੰਭਵ ਹੈ। ਚੈਤਨਿਆ ਨੱਚਦੇ ਹੈ। ਉਹਨਾਂ ਦੇ ਨੱਚਣ 'ਚ ਨਾ ਕੋਈ ਵਿਵਸਥਾ ਹੈ, ਨਾ ਕੋਈ ਜਾਣਕਾਰੀ ਹੈ। ਨੱਚਣਾ ਅਨਕੜ ਹੈ, ਪਰ ਚੈਤਨਿਆ ਦੇ ਨਾਚ ਵਿੱਚ ਕੁਝ ਪ੍ਰਾਣ ਹਨ, ਕੋਈ ਆਤਮਾ ਹੈ। ਨਾਚ ਜਾਨਦਾਰ ਹੈ। ਸਰੀਰ ਹੀ ਨਹੀਂ ਕੰਬ ਰਿਹਾ, ਅੰਦਰ ਕਿਤੇ ਗਹਿਰੇ 'ਚ ਥਿਰਕਣ ਹੋ ਰਹੀ ਹੈ। ਸਰੀਰ ਉਹਨਾਂ ਥਿਰਕਣਾਂ ਦੀ ਸਿਰਫ ਖਬਰ ਦੇ ਰਿਹਾ। ਨਾਚ ਸੰਗੀਤ ਵਰਗੀਆਂ ਸਾਰੀਆਂ ਕਲਾਵਾਂ ਦਾ ਜਨਮ ਕਦੇ ਮੰਦਰ 'ਚ ਹੋਇਆ ਸੀ। ਉਹਨਾਂ ਦਾ ਜਨਮ ਮੰਦਰ ਤੋਂ ਹੈ। ਉਹ ਕਲਾਵਾਂ ਮੰਦਰ ਤੋਂ ਫਿਰ ਮੁੜ ਕੇ ਬਾਹਰ ਵਿਆਪਤ ਹੋ ਗਈਆਂ ਹਨ। ਉਹਨਾਂ ਦਾ ਮੁੱਢਲਾ ਚਰਨ ਕਦੇ ਅਧਿਆਤਮ ਦੀ ਖੋਜ ਦਾ ਹੀ ਹਿੱਸਾ ਸੀ, ਪਰ ਹੌਲੀ-ਹੌਲੀ ਜਿਵੇਂ ਸਾਰੀਆਂ ਚੀਜ਼ਾਂ ਨਾਲ ਹੁੰਦਾ ਹੈ, ਅਸੀਂ ਉਹਦੇ ਬਾਹਰਲੇ ਕੱਜਣ 'ਚ ਵਧੇਰੇ ਉਤਸੁਕ ਹੋ ਜਾਂਦੇ ਹਾਂ। ਫਿਰ ਅਸੀਂ ਇੰਨਾ ਇੰਤਜ਼ਾਮ ਕਰ ਲੈਂਦੇ ਹਾਂ ਕਿ ਅਸੀਂ ਭੁੱਲ ਹੀ ਜਾਂਦੇ ਹਾਂ ਕਿ ਜਿਹਦੇ ਲਈ ਇੰਤਜ਼ਾਮ ਕਰ ਰਹੇ ਹਾਂ ਉਹ ਕਦੋਂ ਦਾ ਮਰ ਚੁੱਕਾ ਹੈ। ਹੁਣ ਅਸੀਂ ਸਰੀਰ ਦੀ ਸਜਾਵਟ ਕਰੀ ਤੁਰੇ ਜਾ ਰਹੇ ਹਾਂ। ਸੰਗੀਤ ਬਹੁਤ ਦੂਰ ਚਲਿਆ ਗਿਆ ਹੈ ਅਧਿਆਤਮ ਤੋਂ। ਨਾਚ ਬਹੁਤ ਦੂਰ ਚਲਾ ਗਿਆ ਹੈ, ਇੰਨੀ ਦੂਰ ਕਿ ਕਰੀਬ ਉਲਟਾ ਹੋ ਗਿਆ। ਕਰੀਬ ਨਾਚ ਤੇ ਸੰਗੀਤ ਹੁਣ ਵਾਸਨਾ ਦੀ ਸੇਵਾ ਕਰ ਰਹੇ। ਕਦੇ ਉਹ ਆਤਮਾ ਤੋਂ ਪੈਦਾ ਹੋਇਆ ਸੀ, ਹੁਣ ਵਾਸਨਾ ਦੀ ਸੇਵਾ 'ਚ ਜੁਟਿਆ। ਇਸ ਲਈ ਇਸਲਾਮ ਨੂੰ ਤਾਂ ਇਨਕਾਰ ਹੀ ਕਰ ਦੇਣਾ ਪਿਆ ਬਿਲਕੁਲ ਕਿ ਸੰਗੀਤ ਪਾਪ ਹੈ। ਇਹ ਹੈਰਾਨੀ ਦੀ ਗੱਲ ਹੈ, ਇਹ ਪਰ ਸੋਚਣ ਯੋਗ ਹੈ। ਹਿੰਦੂਆਂ ਨੇ ਸੰਗੀਤ ਨੂੰ ਸ੍ਰੇਸ਼ਟ ਤੋਂ ਸ੍ਰੇਸ਼ਟ ਸਮਝਿਆ, ਸੰਗੀਤ ਦੇ ਅਹਿਸਾਸ ਨੂੰ ਪਰਮ ਗਿਆਨ ਸਮਝਿਆ, ਤੇ ਹਜ਼ਾਰਾਂ ਸਾਲ ਬਾਅਦ ਜੋ ਆਖਰੀ ਧਰਮ ਧਰਤੀ ਉੱਤੇ ਆਇਆ ਇਸਲਾਮ, ਉਹਨੇ ਸੰਗੀਤ ਨੂੰ ਵਰਜਿਤ ਕਰ ਦਿੱਤਾ ਕਿ ਮਸਜਿਦ ਦੇ ਸਾਹਮਣੇ ਸੰਗੀਤ ਨਾ ਹੋਵੇ। ਸੰਗੀਤ ਨੂੰ ਪਾਪ ਐਲਾਨ ਕਰ ਦਿੱਤਾ ਗਿਆ। ਇਸਲਾਮ ਵੀ ਸਹੀ ਹੈ ਤੇ ਹਿੰਦੂ ਵੀ ਸਹੀ ਹੈ। ਜਿਸ ਦਿਨ ਸੰਗੀਤ ਪੈਦਾ ਹੋਇਆ ਸੀ ਉਸ ਦਿਨ ਉਹ ਪਰਮ ਗਿਆਨ ਦਾ ਹਿੱਸਾ ਸੀ, ਧਿਆਨ ਦਾ ਹਿੱਸਾ ਸੀ, ਲੇਕਿਨ ਹੌਲੀ ਹਟਦਾ ਉਹ ਵਾਸਨਾ ਦੀ ਸੇਵਾ 'ਚ ਲਿਪਤ ਹੋ ਗਿਆ ਸੀ। ਤੇ ਜਦ ਮੁਹੰਮਦ ਦਾ ਜਨਮ ਹੋਇਆ ਤਾਂ ਸੰਗੀਤ ਵਾਸਨਾ ਦੀ ਸੇਵਾ 'ਚ ਲੱਗਾ ਹੋਇਆ ਸੀ। ਉਹ ਕਾਮ ਵਾਸਨਾ ਦਾ ਹਿੱਸਾ ਬਣ ਗਿਆ ਸੀ। ਇਸ ਲਈ ਮੁਹੰਮਦ ਨੇ ਕਿਹਾ ਕਿ ਸੰਗੀਤ ਮਸਜਿਦ ਦੇ ਸਾਹਮਣੇ ਨਾ ਹੋਵੇ। ਸੰਗੀਤ ਪਾਪ ਹੈ। ਦੋਵੇਂ ਸਹੀ ਹੈ, ਕਿਉਂਕਿ ਸੰਗੀਤ ਦੇ ਦੋਨੋਂ ਬਿੰਦੂ ਹਨ, ਦੋ ਸਿਰੇ ਹਨ। ਇੱਕ ਗੱਲ ਚੇਤੇ ਰੱਖਣ ਯੋਗ ਹੈ ਕਿ ਸੰਗੀਤ ਵਾਸਨਾ ਦੀ ਸੇਵਾ 'ਚ ਲੱਗ ਜਾਏਗਾ ਜੇ ਤੁਸੀਂ ਉਹਨੂੰ ਪਹਿਲਾਂ ਅੰਦਰ ਨਾ ਸੁਣਿਆ। ਜੇ ਬਾਹਰ ਹੀ ਸੁਣਿਆ ਤਾਂ ਉਹਦੀ ਜੋ ਚੋਟ ਹੈ ਉਹ ਤੁਹਾਡੇ ਕਾਮ ਕੇਂਦਰ ਤੇ ਹੋਏਗੀ, ਕਿਉਂਕਿ ਕਾਮ ਕੇਂਦਰ ਤੁਹਾਡਾ ਸਭ ਤੋਂ ਬਾਹਰਲਾ ਕੇਂਦਰ ਹੈ।
ਸਭ ਤੋਂ ਨੀਵਾਂ, ਸਭ ਤੋਂ ਬਾਹਰਲਾ। ਤੇ ਜੇ ਤੁਸੀਂ ਸੰਗੀਤ ਨੂੰ ਅੰਦਰ ਸੁਣਿਆ ਤਾਂ ਉਹ ਆਤਮਾ 'ਚ ਗੂੰਜੇਗਾ, ਤੇ ਜੇ ਤੁਸੀਂ ਬਾਹਰ ਸੁਣਿਆ ਤਾਂ ਉਹਦੀ ਪਹਿਲੀ ਚੋਟ, ਪਹਿਲੀ ਸੱਟ ਸੈਕਸ ਸੈਂਟਰ 'ਤੇ ਹੋਏਗੀ, ਕਾਮ ਕੇਂਦਰ 'ਤੇ ਹੋਏਗੀ, ਕਿਉਂਕਿ ਉਹੀ ਸਭ ਦੇ ਨੇੜੇ ਹੈ। ਤਦ ਲਾਜ਼ਮੀ ਤੌਰ 'ਤੇ ਸੰਗੀਤ ਕਾਮ ਦੀ ਸੇਵਾ 'ਚ ਜੁਟ ਜਾਏਗਾ। ਇਸ ਲਈ ਕਾਮੁਕ ਲੋਕ ਨਾਚ ਵਿੱਚ ਰਸ ਲੈਂਦੇ ਹੈ, ਗਾਉਣ 'ਚ ਰਸ ਲੈਂਦੇ ਆ। ਤਾਂ ਹੌਲੀ ਹੌਲੀ ਰਾਜੇ ਮਹਾਰਾਜਿਆਂ ਦੇ ਦਰਬਾਰ ਦੀ ਗੱਲ ਹੋ ਗਈ। ਸਾਧੂ ਦੂਰ ਹਟਦਾ ਗਿਆ ਕਿਉਂਕਿ ਅਸਾਧੂ ਸੰਗੀਤ ਵਿੱਚ ਰੁਚੀ ਲੈਣ ਲੱਗਿਆ। ਲੇਕਿਨ ਕਾਰਨ ਸੰਗੀਤ ਨਹੀਂ ਹੈ। ਕਾਰਨ ਜੇਕਰ ਪਹਿਲਾਂ ਤੋਂ ਅੰਦਰ ਯਾਤਰਾ ਨਾ ਹੋਈ ਤਾਂ ਇਹ ਉਲਝਣ ਆਏਗੀ। ਜੇਕਰ ਅੰਦਰ ਤੋਂ ਯਾਤਰਾ ਹੋਈ, ਇੱਕ ਵਾਰ ਅੰਦਰ ਦਾ ਸੰਗੀਤ ਅਨੁਭਵ ਵਿੱਚ ਆਇਆ, ਤਾਂ ਫਿਰ ਜਗਤ ਵਿੱਚ ਜੋ ਵੀ ਸੰਗੀਤ ਸੰਭਵ ਹੈ, ਤਿਆਰ, ਅਣਤਿਆਰ, ਕੁਦਰਤੀ, ਬਣਾਉਟੀ, ਉਹ ਸਾਰੇ ਹੀ ਸੰਗੀਤ ਇੱਕ ਵਾਰ ਅੰਦਰ ਦਾ ਚੇਤਾ ਆ ਜਾਏ ਤਾਂ ਉੱਥੇ ਹੀ ਚੋਟ ਕਰਨਗੇ। ਨਾਨਕ ਆਪਣੇ ਨਾਲ ਇੱਕ ਸੰਗੀਤਕਾਰ ਨੂੰ ਰੱਖਦੇ ਸਨ। ਬੋਲਦੇ ਘੱਟ ਸਨ, ਗਾਉਂਦੇ ਜ਼ਿਆਦਾ ਸਨ। ਬਗਲ 'ਚ ਮਰਦਾਨਾ ਆਪਣੇ ਇੱਕ ਤਾਰੇ ਨੂੰ ਵਜਾਉਂਦਾ ਸੀ। ਪਰ ਨਾਨਕ ਪਹਿਲਾਂ ਅਜੱਪਾ ਦੀ ਸਿੱਖਿਆ ਦਿੰਦੇ ਸੀ। ਪਹਿਲਾਂ ਅੰਦਰ ਅਜੱਪਾ ਦਾ ਜੋ ਨਾਦ ਹੈ ਉਹ ਸੁਣਿਆ ਜਾਏ, ਤੇ ਜਦੋਂ ਉਹਨਾਂ ਦੇ ਸਾਧਕ ਅਜੱਪਾ ਦੇ ਨਾਦ 'ਚ ਲੀਨ ਹੋਣ ਲੱਗਦੇ, ਅੰਦਰ ਦਾ ਨਾਦ ਸੁਣਨ ਲੱਗਦੇ, ਤਾਂ ਉਹ ਬਾਹਰ ਦਾ ਸੰਗੀਤ ਵੀ ਨਾਲ ਦੇ ਦਿੰਦੇ। ਇਹ ਬਾਹਰ ਦਾ ਵੀ ਸੰਗੀਤ ਅੰਦਰ ਦੇ ਉਸ ਗਹਿਰੇ ਸੰਗੀਤ ਦੇ ਨਾਲ ਇੱਕ ਮਿਕ ਹੋ ਜਾਂਦਾ ਹੈ, ਤੇ ਬਾਹਰ ਤੋਂ ਅੰਦਰ ਦਾ ਸੰਗੀਤ ਇੱਕ ਹੁੰਦਾ ਹੈ ਤਾਂ ਬਾਹਰ ਤੇ ਅੰਦਰ ਮਿਟ ਜਾਂਦੇ ਹੈ, ਸਿਰਫ ਸੰਗੀਤ ਰਹਿ ਜਾਂਦਾ ਹੈ। ਉਹ ਸੰਗੀਤ ਦਾ ਚਿੰਨ੍ਹ ਬ੍ਰਹਮ ਅਨੁਭਵ ਦਾ ਚਿੰਨ੍ਹ ਹੋ ਜਾਂਦਾ ਹੈ। ਪਰ ਉਹਨੂੰ ਖੋਜੋ ਤੇ ਪਹਿਲਾਂ ਹਿਰਦੇ ਵਿੱਚ ਹੀ ਸੁਣੋ। ਆਰੰਭ ਵਿੱਚ ਤੁਸੀਂ ਸੋਚੋਗੇ ਤੇ ਕਹੋਗੇ ਕਿ ਇੱਥੇ ਗੀਤਾ ਤਾਂ ਹੈ ਨਹੀਂ, ਸੰਗੀਤ ਦੇ ਤਾਂ ਹੈ ਹੀ ਨਹੀਂ, ਤੇ ਮੈਂ ਜਦ ਸੁਣਦਾ ਤਾਂ ਬੇਸੁਰਾ ਸ਼ੋਰ ਹੀ ਸੁਣਾਈ ਪੈਂਦਾ ਹੈ। ਯਕੀਨਨ ਜਦ ਤੁਸੀਂ ਪਹਿਲੀ ਦਫਾ ਅੰਦਰ ਜਾਓਗੇ, ਸਿਵਾਏ ਭੀੜ ਤੇ ਬਾਜ਼ਾਰ ਦੇ ਕੁਝ ਵੀ ਨਹੀਂ ਮਿਲੇਗਾ, ਕਿਉਂਕਿ ਤੁਸੀਂ ਹੁਣ ਤੱਕ ਭੀੜ ਤੇ ਬਾਜ਼ਾਰ ਨੂੰ ਹੀ ਆਪਣੇ ਅੰਦਰ ਪਹੁੰਚਾਇਆ। ਤਦ ਉੱਥੇ ਤੁਸੀਂ ਸ਼ੋਰ ਸ਼ਰਾਬਾ ਸੁਣੋਗੇ, ਉੱਥੇ ਫਜ਼ੂਲ ਦੀਆਂ ਆਵਾਜ਼ਾਂ ਸੁਣਾਈ ਦੇਣਗੀਆਂ, ਉੱਥੇ ਹਿੱਸਾ ਹਿੱਸਾ ਟੁਕੜੇ ਗੱਲਬਾਤ ਦੇ ਸੁਣਾਈ ਪੈਣਗੇ, ਜਿਨ੍ਹਾਂ 'ਚ ਕੋਈ ਤੁਕ ਵੀ ਨਹੀਂ ਹੈ। ਜੇ ਤੁਸੀਂ ਬੈਠ ਜਾਓ ਇਕਾਂਤ ਵਿੱਚ, ਤੁਹਾਡੇ ਅੰਦਰ ਜੋ ਚੱਲ ਰਿਹਾ ਉਹਨੂੰ ਤੁਸੀਂ ਕਾਗਜ਼ 'ਤੇ ਲਿਖੋ, ਤਾਂ ਤੁਸੀਂ ਸਮਝੋਗੇ ਕਿ ਇਹ ਕੋਈ ਪਾਗਲ ਹੈ ਮੇਰੇ ਅੰਦਰ, ਜਾਂ ਬਹੁਤ ਸਾਰੇ ਪਾਗਲ ਹਨ ਮੇਰੇ ਅੰਦਰ। ਬਾਕੀ ਅਗਲੇ ਐਪੀਸੋਡ ਵਿੱਚ। ਧੰਨਵਾਦ।